ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਕੌਰ ਹੈ ਤੇ ਮੈਂ ਪਿਛਲੇ 7 ਸਾਲਾਂ ਤੋਂ ਆਈਲੈਟਸ ਟੀਚ ਕਰ ਰਹੀ ਹਾਂ। ਕਾਫੀ ਸਾਰੇ ਬੱਚਿਆਂ ਦੀ ਆਈਲਟਸ ਕਲੀਅਰ ਕਰਨ ਦੇ ਵਿੱਚ ਆਪਾਂ ਹੈਲਪ ਕਰ ਚੁੱਕੇ ਹਾਂ। ਔਰ ਕਾਫੀ ਸਾਰੇ ਬੱਚੇ ਜੇ ਸੋਚਦੇ ਹੈਗੇ ਆ ਕਿ ਅਸੀਂ ਆਈਲਟਸ ਨਹੀਂ ਕਲੀਅਰ ਕਰ ਸਕਦੇ ਜਾਂ ਰਾਈਟਿੰਗ ਦੇ ਵਿੱਚ ਰੀਡਿੰਗ ਦੇ ਵਿੱਚ ਡਿਫਿਕਲਟੀ ਫੇਸ ਕਰਦੇ ਹੈਗੇ ਆ, ਉਹਨਾਂ ਦੀ ਹੈਲਪ ਕਰਨਾ ਸਾਡਾ ਇਸ ਵੀਡੀਓ ਦੇ ਜਰੀਏ ਇੱਕ ਮਕਸਦ ਹੈਗਾ ਹੈ ਕਿ ਅਸੀਂ ਉਹਨਾਂ ਬੱਚਿਆਂ ਦੀ ਜਿਹੜੀ ਹੈਗੀ ਆ ਆਈਲਟਸ ਕਲੀਅਰ ਕਰਨ ਦੇ ਵਿੱਚ ਮਦਦ ਕਰ ਸਕੀਏ। ਕਾਫੀ ਸਾਰੇ ਬੱਚੇ ਕਈ ਵਾਰੀ ਨਾਰਮਲ ਮੈਨੂੰ ਆਣ ਕੇ ਕਹਿੰਦੇ ਆ ਕਿ ਅਸੀਂ ਇਸ ਸੈਂਟਰ ਦੇ ਵਿੱਚ ਪਹਿਲਾਂ ਗਏ ਸੀ ਤੇ ਉੱਥੇ ਸਾਨੂੰ ਇਹ ਚੀਜ਼ ਕਿਹਾ ਗਿਆ ਸੀ ਕਿ ਯੂ ਕੈਨ ਨਾਟ ਗੈਟ ਅ ਡਿਜ਼ਾਇਰ ਬੈਂਡ ਸਕੋਰ ਬਿਕੋਜ਼ ਆਫ ਯੂਰ ਸਕੂਲਿੰਗ, ਜੋ ਮੈਨੂੰ ਬਹੁਤ ਜ਼ਿਆਦਾ ਗਲਤ ਲੱਗਦੀ ਆ। ਮੈਨੂੰ ਇਦਾਂ ਲੱਗਦਾ ਹੈ ਕਿ ਜਦੋਂ ਆਪਾਂ ਇੱਕ ਸੈਂਟਰ ਓਪਨ ਕਰ ਲੈਂਦੇ ਹਾਂ ਵੀ ਸ਼ੁੱਡ ਬੀ ਕੈਪੇਬਲ ਟੂ ਟੀਚ ਸਟੂਡੈਂਟ ਅਕੋਰਡਿੰਗ ਟੂ देयर ਲੈਵਲ। ਆਪਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਸੀਂ ਕਰ ਨਹੀਂ ਸਕਦੇ ਜਾਂ ਤੁਹਾਡਾ ਲੈਵਲ ਨਹੀਂ ਹੈਗਾ। ਤੁਹਾਨੂੰ 100% ਆਪਣੇ ਐਫਰਟਸ ਲਾਉਣੇ ਚਾਹੀਦੇ ਆ, ਬੱਚੇ ਨੂੰ ਟੀਚ ਕਰਨਾ ਚਾਹੀਦਾ ਹੈ, ਠੀਕ ਹੈ। ਬਾਕੀ ਬੱਚੇ ਤੇ ਡਿਪੈਂਡ ਆ ਕਿ ਉਹ ਕਿੰਨਾ ਹਾਰਡ ਵਰਕ ਕਰਦਾ ਹੈ, ਬਟ ਫਸਟਲੀ ਬੱਚੇ ਨੂੰ ਬੱਚੇ ਦੇ ਲੈਵਲ ਤੇ ਆਣ ਕੇ ਟੀਚ ਕਰੋ। ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਤੇ ਕਈ ਵਾਰੀ ਬੱਚਾ ਕੀ ਆ ਸਟਾਰਟਿੰਗ ਦੇ ਵਿੱਚ ਡੀਮੋਟੀਵੇਟ ਫੀਲ ਹੋ ਜਾਂਦਾ, ਤੇ ਜਦੋਂ ਬੱਚਾ ਇੱਕ ਵਾਰੀ ਡੀਮੋਟੀਵੇਟ ਫੀਲ ਹੋ ਜਾਂਦਾ ਤੇ ਉਹਨੂੰ ਖੁਦ ਬਾਅਦ ਵਿੱਚ ਮੋਟੀਵੇਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ, ਠੀਕ ਹੈ। ਇਹ ਚੀਜ਼ਾਂ ਮੈਂ ਐਕਸਪੀਰੀਅੰਸ ਕੀਤੀਆਂ ਹੋਈਆਂ ਹੈ। ਮੈਂ ਤਾਂ ਕਹਿੰਨੀ ਆ ਕਿ ਕਾਫੀ ਸਾਰੇ ਬੱਚੇ ਜੋ ਦੂਸਰੇ ਸੈਂਟਰ ਤੋਂ ਡੀਮੋਟੀਵੇਟ ਹੋ ਕੇ ਆਉਂਦੇ ਤੇ ਉਹਨੂੰ ਮੋਟੀਵੇਟ ਕਰਨਾ ਨਹੀਂ ਤੁਸੀਂ ਕਰ ਲਓਗੇ, ਪਹਿਲਾਂ ਉਹ ਪਹਿਲੀਆਂ ਚੀਜ਼ਾਂ ਦਿਮਾਗ ਚੋਂ ਕਰਨੀਆਂ ਫਿਰ ਨਿਊ ਵਨ ਇੰਸਟਾਲ ਕਰਨੀ ਆ ਬਹੁਤ ਡਿਫਿਕਲਟ ਹੋ ਜਾਂਦੀ ਹੈ। ਤੇ ਮੈਂ ਹਮੇਸ਼ਾ ਤੁਹਾਨੂੰ ਇਹ ਚੀਜ਼ ਕਹਿੰਨੀ ਆ ਕਦੀ ਡੀਮੋਟੀਵੇਟ ਨਹੀਂ ਹੋਣਾ ਕਿਸੇ ਦੇ ਗੱਲਾਂ ਸੁਣ ਕੇ। ਅਗਰ ਤੁਹਾਡੀ ਗਾਈਡੈਂਸ ਸਹੀ ਆ, ਤੁਸੀਂ ਹਾਰਡ ਵਰਕ ਕਰ ਰਹੇ ਹੋ, ਤੁਸੀਂ ਆਪਣੇ ਡਿਜ਼ਾਇਰ ਬੈਂਡ ਸਕੋਰ ਗੈਟ ਕਰ ਲਓਗੇ। ਕਿਸੇ ਨੈਗੇਟਿਵ ਚੀਜ਼ ਨੂੰ ਆਪਣੇ ਲਾਗੇ ਨਹੀਂ ਆਉਣ ਦੇਣਾ ਹੈਗਾ, ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਸਾਡੇ ਕੋਲ ਜਦੋਂ ਵੀ ਕੋਈ ਬੱਚਾ ਆਉਂਦਾ ਹੈ ਅਸੀਂ ਬਿਲਕੁਲ ਉਹਦੇ ਬੇਸਿਕ ਲੈਵਲ ਤੋਂ ਟੀਚ ਕਰਦੇ ਰਿਗਾਰਡਲੈਸ ਕਿ ਸੀਬੀਐਸਈ ਆਈਸੀਆਈ ਜਾਂ ਪੰਜਾਬ ਬੋਰਡ। ਅੱਜ ਆਪਾਂ ਰਾਈਟਿੰਗ ਟਾਸਕ 2 ਕਰਦੇ ਹਾਂ ਜੋ ਕਿ ਰੀਸੈਂਟਲੀ ਐਗਜ਼ਾਮ ਦੇ ਵਿੱਚ ਜਿਹੜਾ ਆਇਆ ਹੈ। ਇਹ ਟਾਸਕ ਆਇਆ ਹੈ 11 ਜੁਲਾਈ 2026 ਨੂੰ ਰੀਸੈਂਟਲੀ ਐਗਜ਼ਾਮ ਦੇ ਵਿੱਚ। ਔਰ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਐਗਜ਼ਾਮ ਦੇ ਵਿੱਚ ਟਾਸਕ ਕਰਨਾ ਹੈ ਜਾਂ ਨਾਰਮਲੀ ਜੋ ਤੁਸੀਂ ਆਪਣੀ ਡੇਲੀ ਬੇਸਿਸ ਤੇ ਟਾਸਕ ਕਰਦੇ ਹੈਗੇ ਹੋ, ਸਭ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਨਾ ਹੈ, ਆਪਣੇ ਟਾਸਕ ਨੂੰ ਘੱਟੋ ਘੱਟ 2-3 ਵਾਰ ਆਰਾਮ ਨਾਲ ਰੀਡ ਕਰਨਾ ਹੈ। ਕਾਹਲੀ ਦੇ ਵਿੱਚ ਪੜ੍ਹ ਕੇ ਕਦੀ ਨਹੀਂ ਲਿਖਣਾ। ਮੋਸਟ ਆਫ ਦੀ ਟਾਈਮ ਬੱਚੇ ਜ਼ਿਆਦਾ ਐਗਜ਼ਾਮ ਦੇ ਵਿੱਚ ਇਹ ਕਰਦੇ ਟਾਈਮ ਬਚਾਉਣ ਦੇ ਚੱਕਰ ਦੇ ਵਿੱਚ ਬਹੁਤ ਕਾਹਲੀ ਪੜ੍ਹ ਕੇ ਕਾਹਲੀ ਕਾਹਲੀ ਰੀਡ ਕਰਕੇ ਲਿਖਣਾ ਸਟਾਰਟ ਕਰ ਦਿੰਦੇ ਆ ਤੇ ਬਾਅਦ ਵਿੱਚ ਪਤਾ ਲੱਗਦਾ ਵੀ ਮੈਂ ਤੇ ਆਊਟ ਆਫ ਟੌਪਿਕ ਲਿਖਤਾ ਜੀ, ਠੀਕ ਹੈ ਬੱਚੇ। ਹੁਣ ਕੀ ਕਰੋਗੇ ਜੇ ਤੁਸੀਂ ਆਊਟ ਆਫ ਟੌਪਿਕ ਲਿਖਤਾ ਤੇ ਟਾਈਮ ਗਿਆ ਤੁਹਾਡਾ, ਹਨਾ ਜੀ, ਸ਼ੀਟ ਵੇਸਟ ਗਈ, ਉੱਤੋਂ ਜਿਹੜੇ ਤੁਸੀਂ ਪੈਸੇ ਲਾਏ ਸੀ ਉਹ ਵੀ ਵੇਸਟ ਗਏ। ਕਿਉਂਕਿ ਜਦੋਂ ਤੁਸੀਂ ਆਊਟ ਆਫ ਟੌਪਿਕ ਲਿਖ ਦਿੰਦੇ ਹੋ, ਭਾਵੇਂ ਤੁਸੀਂ ਬਹੁਤ ਵਧੀਆ ਲਿਖਿਆ, ਵੋਕੈਬਲਰੀ ਆਲਰੇਡੀ ਗੁੱਡ ਆ ਤੁਹਾਡੀ, ਨਾਲ ਤੁਹਾਡੀ ਗ੍ਰਾਮਰ ਵੀ ਸਹੀ ਹੈ, ਬਟ 5.5 ਤੋਂ ਉੱਤੇ ਤੁਹਾਨੂੰ ਬੈਂਡ ਸਕੋਰ ਨਹੀਂ ਹੋਣਗੇ ਜੇ ਆਊਟ ਆਫ ਟੌਪਿਕ ਤੁਸੀਂ ਲਿਖ ਦਿੰਦੇ ਹੋ। ਇਸ ਕਰਕੇ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੈਗਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਦੇਖੋ ਆਪਾਂ ਰਾਈਟਿੰਗ ਟਾਸਕ 2 ਦੀ ਸਟੇਟਮੈਂਟ ਨੂੰ ਪੜ੍ਹਦੇ ਹਾਂ ਜੋ ਆਪਾਂ ਅੱਜ ਕਰਾਂਗੇ। ਕਹਿੰਦੇ ਆ the use of mobile phone, ਜੋ ਮੋਬਾਈਲ ਫੋਨ ਦਾ ਯੂਜ਼ ਆ is as anti social as smoking। ਐਂਟੀ ਸੋਸ਼ਲ ਮਤਲਬ ਸੁਸਾਇਟੀ ਦੇ ਵਿਰੁੱਧ, ਜੋ ਸੁਸਾਇਟੀ ਦੇ ਕੁਝ ਨਿਯਮ ਹੁੰਦੇ ਉਹਨਾਂ ਦੇ ਵਿਰੁੱਧ ਆ, ਠੀਕ ਹੈ। ਉਹ ਕੀ ਹੈਗਾ, ਐਂਟੀ ਸੋਸ਼ਲ ਹੈਗਾ। ਕਹਿੰਦੇ ਜੋ ਮੋਬਾਈਲ ਫੋਨ ਦਾ ਯੂਜ਼ ਆ ਉਹ ਐਂਟੀ ਸੋਸ਼ਲ ਆ, ਕਿਹਦੇ ਵਾਂਗੀ, ਸਮੋਕਿੰਗ ਦੇ ਵਾਂਗੀ। ਸਮੋਕਿੰਗ ਇਜ਼ ਬੈਨ ਇਨ ਸਰਟੇਨ ਪਲੇਸਿਸ ਦੇ ਵਿੱਚ ਕਹਿੰਦੇ ਬੈਨ ਹੈਗੀ ਆ। ਸੋ ਜੋ ਮੋਬਾਈਲ ਫੋਨ ਆ ਸ਼ੁੱਡ ਬੀ ਬੈਨ ਲਾਈਕ ਸਮੋਕਿੰਗ। ਹੁਣ ਦੇਖੋ ਚੰਗੀ ਤਰੀਕੇ ਨਾਲ ਸਟੇਟਮੈਂਟ ਨੂੰ ਰੀਡ ਕਰੋ। ਕਹਿੰਦੇ ਆ ਕਿ ਜੋ ਯੂਜ਼ ਆ ਮੋਬਾਈਲ ਫੋਨ ਦਾ ਉਹ ਐਂਟੀ ਸੋਸ਼ਲ ਆ ਸਮੋਕਿੰਗ ਦੀ ਤਰ੍ਹਾਂ। ਜਿਵੇਂ ਸਮੋਕਿੰਗ ਕੁਝ ਏਰੀਆ ਦੇ ਵਿੱਚ ਬੈਨ ਹੈਗੀ ਆ, ਉਦਾਂ ਹੀ ਮੋਬਾਈਲ ਫੋਨ ਨੂੰ ਵੀ ਕਰਨਾ ਚਾਹੀਦਾ ਹੈ, ਠੀਕ ਹੈ। ਇਹ ਹੁਣ ਆਪਣੀ ਹੋ ਗਈ ਸਟੇਟਮੈਂਟ। ਦੈਨ ਦੇਖੋ ਕੁਐਸਚਨ ਕੀ ਕਹਿ ਰਿਹਾ ਹੈ, ਕਹਿੰਦੇ ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ। ਤੁਸੀਂ ਕਿਸ ਹੱਦ ਤੱਕ ਇਹ ਚੀਜ਼ ਨਾਲ ਐਗਰੀ ਤੇ ਡਿਸਐਗਰੀ ਹੋ। ਹੁਣ ਜਿਹੜਾ ਟੂ ਵਾਟ ਐਕਸਟੈਂਟ ਵਾਲਾ ਕੁਐਸਚਨ ਟਾਈਪ ਆ, ਇਹ ਟਾਸਕ ਨੂੰ ਕਰਨ ਦੇ 3 ਵੇ, ਆਪਾਂ ਤਿੰਨੇ ਹੀ ਵੇ ਤੁਹਾਡੇ ਨਾਲ ਡਿਸਕਸ ਕਰਾਂਗੇ, ਠੀਕ ਹੈ ਜੀ। ਹੁਣ ਚੰਗੀ ਤਰੀਕੇ ਦੇ ਨਾਲ ਸਮਝਣਾ ਹੈ। ਫਸਟ ਵੇ ਕੀ ਹੈਗਾ, ਆਈ ਲਾਰਜਲੀ ਐਗਰੀ, ਠੀਕ ਹੈ। ਫਸਟ ਵੇ ਹੈਗਾ ਆਈ ਲਾਰਜਲੀ ਐਗਰੀ ਜਾਂ ਆਈ ਸਟਰੋਂਗਲੀ ਐਗਰੀ, ਠੀਕ ਹੈ ਜੀ। ਆਈ ਸਟਰੋਂਗਲੀ ਐਗਰੀ, ਲਾਰਜਲੀ ਐਗਰੀ ਜਾਂ ਆਈ ਸਟਰੋਂਗਲੀ ਐਗਰੀ। ਇਹਨੂੰ ਆਪਾਂ ਲਿਖਦੇ ਆ, ਇਸ ਦੇ ਵਿੱਚ ਜੋ ਲਾਰਜਲੀ ਐਗਰੀ ਤੇ ਸਟਰੋਂਗਲੀ ਆ, ਇਹਦੇ ਵਿੱਚ ਆਪਾਂ 70-30% ਟਾਸਕ ਲਿਖਦੇ ਹੈਗੇ। 70-30% ਕਿੱਦਾਂ ਲਿਖਦੇ ਹੈਗੇ ਆ ਜੀ, ਧਿਆਨ ਦੇ ਨਾਲ ਦੇਖਿਓ। ਅਗਰ ਤੁਸੀਂ ਜ਼ਿਆਦਾ ਹੱਦ ਤੱਕ ਕਿਸੇ ਚੀਜ਼ ਨਾਲ ਐਗਰੀ ਹੋ, 2 BP ਐਗਰੀ ਦੇ ਤੇ 1 ਡਿਸਐਗਰੀ ਦਾ, ਕਿਉਂਕਿ 70% ਤੁਸੀਂ ਐਗਰੀ ਚਲ ਗਏ ਜ਼ਿਆਦਾ ਹੱਦ ਤੱਕ, ਤੇ 1 ਤੁਸੀਂ ਡਿਸਐਗਰੀ ਦਾ ਬਣਾਓਗੇ ਕਿਉਂਕਿ ਤੁਸੀਂ ਥੋੜੇ ਜਿਹੇ ਡਿਸਐਗਰੀ, ਜ਼ਿਆਦਾ ਹੱਦ ਤੱਕ ਐਗਰੀ, ਥੋੜੇ ਜਿਹੇ ਡਿਸਐਗਰੀ, ਠੀਕ ਹੈ। ਤੇ ਲਾਰਜਲੀ
ਤੇ ਸਟਰੋਂਗਲੀ ਤੁਸੀਂ ਡਿਸਐਗਰੀ ਵੀ ਜਾ ਸਕਦੇ ਹੋ। ਜੇ ਤੁਸੀਂ ਲਾਰਜਲੀ ਸਟਰੋਂਗਲੀ ਡਿਸਐਗਰੀ ਜਾਂਦੇ ਹੋ, ਫਿਰ ਦੋ ਐਗਰੀ ਦੇ ਤੇ ਇੱਕ ਐਗਰੀ ਦਾ, ਇਹ ਹੈਗਾ ਫਰਸਟ ਵੇ ਇਹਨੂੰ ਕਰਨ ਦਾ। ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹੈਗੇ ਸੈਕਿੰਡ ਵੇ ਦੀ, ਕਿ ਸੈਕਿੰਡ ਵੇ ਕੀ ਇਹਨੂੰ ਕਰਨ ਦਾ, ਉਹ ਹੈਗਾ ਆਈ ਕੰਪਲੀਟਲੀ ਐਗਰੀ। ਚਾਹੇ ਕੰਪਲੀਟਲੀ ਡਿਸਐਗਰੀ, ਠੀਕ ਹੈ। ਇਹ ਦੋਨੋਂ ਵੇ ਲਿਖ ਸਕਦੇ ਹੈਗੇ। ਕੰਪਲੀਟਲੀ ਐਗਰੀ ਤੇ ਡਿਸਐਗਰੀ ਦਾ ਮਤਲਬ ਹੁੰਦਾ ਹੈ 100% ਐਗਰੀ। 100% ਐਗਰੀ। ਜਦੋਂ ਤੁਸੀਂ 100% ਕਿਸੇ ਸਟੇਟਮੈਂਟ ਦੇ ਨਾਲ ਐਗਰੀ ਚੱਲ ਜਾਂਦੇ ਹੈਗੇ ਹੋ, ਇਟ ਮੀਨਸ ਤੁਸੀਂ ਦੋਨੋਂ ਬੀਪੀ ਐਗਰੀ ਦੇ ਲਿਖੋਗੇ। ਅਗਰ ਕੰਪਲੀਟਲੀ ਡਿਸਐਗਰੀ ਚੱਲ ਜਾਂਦੇ ਹੋ, ਇਟ ਮੀਨਸ ਦੋਨੋਂ ਬੀਪੀ ਜਿਹੜੇ ਹੈਗੇ ਆ ਉਹ ਤੁਸੀਂ ਡਿਸਐਗਰੀ ਦੇ ਲਿਖੋਗੇ, ਠੀਕ ਹੈ। ਸੇਮ ਇਹ ਐਗਰੀ ਤੇ ਡਿਸਐਗਰੀ ਵਾਂਗ ਹੋ ਜਾਣਾ, ਬਟ ਇੱਥੇ ਤੁਸੀਂ ਜ਼ਰੂਰ ਮੈਂਸ਼ਨ ਕਰਨਾ ਹੁੰਦਾ ਆਈ ਕੰਪਲੀਟਲੀ ਐਗਰੀ। ਆਪਣੀ ਹੱਦ ਜ਼ਰੂਰ ਦੱਸਣੀ ਹੁੰਦੀ, ਸਿੱਧਾ ਨਹੀਂ ਲਿਖਣਾ ਹੈ ਐਗਰੀ। ਅਗਰ ਸਿੱਧਾ ਲਿਖੋਗੇ ਤੇ ਆਪਣੀ ਹੱਦ ਤੁਹਾਡੀ, ਜੋ ਉਹਨਾਂ ਨੇ ਪੁੱਛਿਆ ਹੋਇਆ ਕਿ ਟੂ ਵਾਟ ਐਕਸਟੈਂਟ, ਕਿਸ ਹੱਦ ਤੱਕ ਤੁਸੀਂ ਐਗਰੀ ਹੋ, ਉਹ ਕੁਐਸਚਨ ਦੀ ਡਿਮਾਂਡ ਨਹੀਂ ਪੂਰੀ ਕਰੇਗਾ। ਇਸ ਕਰਕੇ ਤੁਸੀਂ ਕੰਪਲੀਟਲੀ ਐਗਰੀ ਜਾਣਾ ਹੈ ਜਦੋਂ ਤੁਸੀਂ ਇੱਕ ਹੀ ਸਾਈਡ ਜਾ ਰਹੇ ਹੋ। ਇਹ ਹੈ ਸੈਕਿੰਡ ਵੇ। ਹੁਣ ਆਪਾਂ ਥਰਡ ਵੇ ਡਿਸਕਸ ਕਰਦੇ ਹਾਂ। ਥਰਡ ਵੇ ਹੈਗਾ ਹੈ ਆਈ ਪਾਰਸ਼ਲੀ ਐਗਰੀ। ਪਾਰਸ਼ਲੀ ਐਗਰੀ ਦਾ ਮਤਲਬ ਹੁੰਦਾ 50-50, 50-50 ਹੋ ਗਿਆ, ਠੀਕ ਹੈ। 50-50 ਦਾ ਮਤਲਬ ਐਗਰੀ ਵੀ ਹੈ ਤੇ ਡਿਸਐਗਰੀ, ਜੋ ਦੋਨੋਂ ਦੇ ਪੁਆਇੰਟ ਹੈਗੇ। ਜਿਵੇਂ ਮੈਂ ਕਿ ਆਪਾਂ ਕਹਤਾ ਕਿ ਮੋਬਾਈਲ ਫੋਨ ਜਿਹੜਾ ਵਾ ਬੈਨ ਵੀ ਹੋਣਾ ਚਾਹੀਦਾ ਤੇ ਨਹੀਂ ਵੀ ਬੈਨ ਹੋਣਾ ਚਾਹੀਦਾ। ਮੇਰੇ ਕੋਲ ਦੋਨੋਂ ਦੇ ਪੁਆਇੰਟ ਆ, ਫਿਰ ਮੈਂ ਇੱਕ ਚ ਦੱਸਾਂਗੀ ਬੈਨ ਕਿਉਂ ਹੋਣਾ ਚਾਹੀਦਾ, ਦੂਸਰੇ ਦੱਸਾਂਗੀ ਬੈਨ ਕਿਉਂ ਨਹੀਂ ਹੋਣਾ ਚਾਹੀਦਾ, ਠੀਕ ਹੈ। ਇਹ ਉਹਦੇ ਵਾਂਗ ਆ ਜਾਂਦਾ ਹੈ, ਡਿਸਕਸ ਬੋਥ ਵਿਊ ਵਾਂਗ ਆ ਜਾਂਦਾ ਹੈ, ਠੀਕ ਹੈ। ਬਟ ਉੱਪਰ ਲਿਖਣਾ ਜ਼ਰੂਰ ਹੈ ਕਿ ਮੈਂ ਪਾਰਸ਼ਲੀ ਐਗਰੀ ਆ। ਹੁਣ ਮੈਂ ਦੱਸ ਦਿੰਦੀ ਹਾਂ ਕਿ ਇਹਨਾਂ ਚ ਕਿੰਨੇ ਕਿੰਨੇ ਬੀਪੀ ਬਣਨਗੇ। ਜਿਵੇਂ ਲਾਰਜਲੀ ਐਗਰੀ ਆ, ਉਹਦੇ ਵਿੱਚ ਤੁਹਾਡੇ 3 ਬੀਪੀ ਬਣਨਗੇ, ਜਿਵੇਂ 2 ਐਗਰੀ ਦੇ ਹੋਣਗੇ ਤੇ ਇੱਕ ਡਿਸਐਗਰੀ ਦਾ ਹੋਊਗਾ। ਕੰਪਲੀਟਲੀ ਐਗਰੀ ਦੇ ਵਿੱਚ ਸਿਰਫ ਤੁਹਾਡੇ 2 ਹੀ ਬੀਪੀ ਬਣਨਗੇ ਜੋ ਦੋਨੋਂ ਐਗਰੀ ਨੂੰ ਦੱਸਣਗੇ, ਤੇ ਇਹਦਾ ਮਤਲਬ ਕਿ ਤੁਸੀਂ 100% ਐਗਰੀ ਹੋ। ਅਗਰ ਤੁਸੀਂ ਪਾਰਸ਼ਲੀ ਐਗਰੀ ਚੱਲ ਰਹੇ ਹੋ, ਇਟ ਮੀਨਸ 50-50। ਪਹਿਲਾ ਬੀਪੀ ਐਗਰੀ ਦਾ ਮਤਲਬ ਜਿਹੜੀ ਸਾਈਡ ਉਹਦੇ ਨਾਲ ਗਏ ਹੋਏ ਹੋ, ਜਾਂ ਪਹਿਲਾਂ ਡਿਸਐਗਰੀ ਦਾ ਵੀ ਲਿਖ ਸਕਦੇ, ਫਿਰ ਐਗਰੀ ਦਾ, ਦੋਨੋਂ ਸਾਈਡ ਡਿਸਕਸ ਕਰ ਦੇਣੀ ਹੈ। ਏਦਾਂ ਵੀ ਹੋਣਾ ਚਾਹੀਦਾ ਤੇ ਏਦਾਂ ਵੀ ਹੋਣਾ ਚਾਹੀਦਾ ਹੈਗਾ, ਠੀਕ ਹੈ। ਇਹ 3 ਤਰੀਕੇ ਆ, 3 ਵੇ ਹੈਗੇ ਆ ਇਸ ਟਾਸਕ ਨੂੰ ਲਿਖਣ ਦੇ, ਠੀਕ ਹੈ ਜੀ। ਕਲੀਅਰ ਹੈ। ਹੁਣ ਆਪਾਂ ਇਹ ਟਾਸਕ ਕਰਦੇ ਹੈਗੇ। ਦੇਖੋ ਜੀ, ਹੁਣ ਕਹਿੰਦੇ ਟੂ ਵਾਟ ਐਕਸਟੈਂਡ ਡੂ ਯੂ ਐਗਰੀ ਡਿਸਐਗਰੀ, ਤੁਸੀਂ ਕਿਸ ਹੱਦ ਤੱਕ ਇਸ ਸਟੇਟਮੈਂਟ ਨਾਲ ਸਹਿਮਤ ਹੋ ਨਹੀਂ ਸਹਿਮਤ ਹੋ। ਲਿਖਣ ਤੋਂ ਪਹਿਲਾਂ ਆਪਾਂ ਡਿਸਕਸ ਜ਼ਰੂਰ ਕਰਾਂਗੇ ਕਿ ਆਪਾਂ ਪੁਆਇੰਟਸ ਕੀ ਲਿਖਣ ਜਾਣੇ ਆ। ਲਿਖਣ ਤੋਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸਟੇਟਮੈਂਟ ਨੂੰ ਪੜ੍ਹਨਾ ਹੈ। ਸਟੇਟਮੈਂਟ ਨੂੰ ਰੀਡ ਕਰਨ ਤੋਂ ਬਾਅਦ ਤੁਸੀਂ ਉਹਦੇ ਬਾਰੇ ਸੋਚਣਾ ਹੈ ਕਿ ਪੁਆਇੰਟਸ ਕੀ ਬਣਨਗੇ, ਮੈਂ ਕਿਹੜੀ ਵਾਲੀ ਸਾਈਡ ਜਾਵਾਂ, ਐਗਰੀ ਦੇ ਪੁਆਇੰਟ ਜ਼ਿਆਦਾ ਹੈ ਜਾਂ ਮੇਰੇ ਕੋਲ ਡਿਸਐਗਰੀ ਦੇ ਪੁਆਇੰਟ ਜ਼ਿਆਦਾ ਹੈ। ਹੁਣ ਦੇਖੋ, ਕਹਿੰਦੇ ਕਿ ਸਮੋਕਿੰਗ ਦੀ ਤਰ੍ਹਾਂ ਹੀ ਮੋਬਾਈਲ ਫੋਨ ਵੀ ਐਂਟੀ ਸੋਸ਼ਲ ਆ ਤੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਸਮੋਕਿੰਗ ਦੀ ਤਰ੍ਹਾਂ। ਹੁਣ ਦੇਖੋ, ਜੇ ਮੋਬਾਈਲ ਫੋਨ ਬੈਨ ਹੋ ਜੇ ਕੁਝ ਏਰੀਆਜ਼ ਦੇ ਵਿੱਚ, ਦੇਖੋ ਇੱਕ ਤੇ ਪਹਿਲੀ ਗੱਲ, ਐਮਰਜੈਂਸੀ ਦੇ ਵਿੱਚ ਮੋਬਾਈਲ ਫੋਨ ਕਿੰਨਾ ਹੈਲਪਫੁਲ ਹੈਗਾ, ਠੀਕ ਹੈ। ਸਟੂਡੈਂਟ ਲਈ ਵੀ ਮੋਬਾਈਲ ਫੋਨ ਹੈਲਪਫੁਲ ਹੈਗਾ, ਤੁਹਾਨੂੰ ਤੁਹਾਡੀ ਫੈਮਲੀਜ਼ ਦੇ ਨਾਲ, ਤੁਹਾਡੇ ਫਰੈਂਡਸ ਕੋਲੀਗਸ ਨਾਲ ਕਨੈਕਟ ਕਰਕੇ ਰੱਖਦਾ ਹੈ, ਠੀਕ ਹੈ। ਕੋਈ ਇਮਰਜੈਂਸੀ ਸਿਚੁਏਸ਼ਨ ਆ ਗਈ ਹੈ, ਜਿਵੇਂ ਜਿਵੇਂ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਅਚਾਨਕ ਬਿਮਾਰ ਹੋ ਗਿਆ, ਉਹ ਮੋਬਾਈਲ ਫੋਨ ਯੂਜ਼ ਕਰਕੇ ਇੰਸਟੈਂਟਲੀ ਹੈਲਪ ਲੈ ਸਕਦਾ ਹੈਗਾ। ਇਮਰਜੈਂਸੀ ਸਿਚੁਏਸ਼ਨ ਲਈ ਵਧੀਆ ਹੈ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਬੈਨ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਦੇਖੋ, ਜੇ ਆਪਾਂ ਮੋਬਾਈਲ ਫੋਨ ਦੇ ਬਾਰੇ ਗੱਲ ਕਰਦੇ ਹਾਂ ਕਿ ਮੋਬਾਈਲ ਫੋਨ ਨੂੰ ਸਮੋਕਿੰਗ ਦੀ ਤਰ੍ਹਾਂ ਐਂਟੀ ਸੋਸ਼ਲ ਆ ਤੇ ਬੈਨ ਕਰ ਦੇਣਾ ਚਾਹੀਦਾ। ਦੇਖੋ, ਸਮੋਕਿੰਗ ਦੇ ਤੇ ਬਹੁਤ ਸਾਰੇ ਹਾਰਮਫੁਲ ਇਫੈਕਟਸ ਹੈਗੇ ਕਿ ਲੈ ਕੇ ਅਗਰ ਤੁਸੀਂ ਸਮੋਕਿੰਗ ਕਰ ਰਹੇ ਹੋ, ਤੁਸੀਂ ਖੁਦ ਦੀ ਜਾਨ ਤੇ ਖਰਾਬ ਕਰ ਰਹੇ ਹੋ, ਖੁਦ ਦੀ ਜਾਨ ਤੇ ਖਤਰੇ ਚ ਪਾ ਰਹੇ ਹੋ, ਨਾਲ ਵਾਲਿਆਂ ਦੀ ਵੀ ਪਾਉਂਦੇ ਹੈਗੇ ਹੋ ਜਿਹੜੇ ਏਰੀਆ ਦੇ ਵਿੱਚ ਤੁਸੀਂ ਸਮੋਕ ਕਰਦੇ ਹੋ। ਬਟ ਅਗਰ ਤੁਸੀਂ ਮੋਬਾਈਲ ਫੋਨ ਯੂਜ਼ ਕਰ ਰਹੇ ਹੋ, ਕਿਸੇ ਦੂਸਰੇ ਬੰਦੇ ਨੂੰ ਉਹਦੇ ਤੋਂ ਕੋਈ ਨੁਕਸਾਨ ਨਹੀਂ ਹੋਊਗਾ। ਇਸ ਕਰਕੇ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੋਬਾਈਲ ਫੋਨ ਇੰਨਾ ਜ਼ਿਆਦਾ ਹਾਰਮਫੁਲ ਨਹੀਂ ਹੈਗਾ ਜਿੰਨੀ ਕਿ ਸਮੋਕਿੰਗ ਆ। ਸੋ ਆਪਣੇ ਅਕੋਰਡਿੰਗ ਆਪਾਂ ਨੂੰ ਲੱਗਦਾ ਹੈ ਕਿ ਮੋਬਾਈਲ ਫੋਨ ਬੈਨ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਖੋ, ਮੋਬਾਈਲ ਫੋਨ ਐਮਰਜੈਂਸੀ ਸਿਚੁਏਸ਼ਨ ਦੇ ਲਈ ਇੱਕ ਵਰਦਾਨ ਆ, ਇੱਕ ਬੂਨ ਆ ਪੀਪਲਸ ਦੇ ਲਈ, ਠੀਕ ਹੈ। ਜਿਵੇਂ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਸਡਨਲੀ ਕੋਈ ਇਲ ਹੋ ਗਿਆ ਹੈ, ਉਹ ਮੋਬਾਈਲ ਫੋਨ ਯੂਜ਼ ਕਰਕੇ ਹੈਲਪ ਲੈ ਸਕਦਾ ਹੈਗਾ। ਨਾਲ ਮੋਬਾਈਲ ਫੋਨ ਆਪਾਂ ਨੂੰ ਆਪਣੇ ਫੈਮਲੀਜ਼ ਨਾਲ, ਕੋਲੀਗਸ ਦੇ ਨਾਲ, ਆਪਣੇ ਫਰੈਂਡਸ ਨਾਲ ਕਨੈਕਟ ਰੱਖਦੇ, ਆਪਣੀ ਆਨਲਾਈਨ ਸਟੱਡੀ ਦੇ ਵਿੱਚ ਆਪਣੀ ਹੈਲਪ ਕਰਦੇ ਆ, ਆਨਲਾਈਨ ਵਰਕਿੰਗ ਦੇ ਵਿੱਚ ਹੈਲਪ ਕਰਦੇ ਹੈਗੇ ਆ। ਸੋ ਕਾਫੀ ਸਾਰੇ ਦੇ ਐਡਵਾਂਟੇਜ ਹੈਗੇ ਆ। ਦੂਸਰੀ ਸਾਈਡ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਵੇਂ ਜਦੋਂ ਆਪਾਂ ਸਮੋਕਿੰਗ ਕਰਦੇ ਹੈਗੇ, ਇਹਦੇ ਨਾਲ ਕੈਮੀਕਲਸ ਰਿਲੀਜ਼ ਹੁੰਦੇ ਏਅਰ ਦੇ ਵਿੱਚ, ਪਰ ਜੇ ਆਪਾਂ
ਆਪਾਂ ਮੋਬਾਈਲ ਫੋਨ ਦੀ ਗੱਲ ਕਰਦੇ ਹਾਂ ਤੇ ਇਹਦੇ ਨਾਲ ਕੋਈ ਦੂਸਰੇ ਨੁਕਸਾਨ ਨਹੀਂ ਹੁੰਦੇ। ਹਾਲਾਂਕਿ ਇਹ ਚੀਜ਼ਾਂ ਹੁੰਦੀਆਂ ਕਿ ਕੁਝ ਏਰੀਆਜ਼ ਦੇ ਵਿੱਚ ਆਪਾਂ ਮੋਬਾਈਲ ਫੋਨ ਜਿਹੜਾ ਸਵਿਚ ਆਫ ਕਰ ਸਕਦੇ, ਲਾਈਕ ਹਸਪੀਟਲਸ ਦੇ ਵਿੱਚ ਜੋ ਆਪਾਂ ਜਾਂਦੇ ਹਾਂ ਜਾਂ ਜਦੋਂ ਆਪਾਂ ਰਿਲੀਜੀਅਸ ਪਲੇਸਿਸ ਦੇ ਵਿੱਚ ਜਾਂਦੇ ਹਾਂ, ਸਿਨੇਮਾ ਵਗੈਰਾ ਦੇ ਵਿੱਚ ਜਾਂਦੇ ਹਾਂ, ਉਦੋਂ ਆਪਾਂ ਮੋਬਾਈਲ ਫੋਨ ਸਵਿਚ ਆਫ ਕਰ ਸਕਦੇ ਹਾਂ। ਇੱਕ ਬੈਸਟ ਵੇ ਹੈ ਇਹਨੂੰ ਬੈਨ ਕਰਨ ਦੀ ਬਜਾਏ। ਅਗਰ ਆਪਾਂ ਰਿਸਪੌਂਸਿਬਲ ਵੇ ਦੇ ਨਾਲ ਇਹਨੂੰ ਯੂਜ਼ ਕਰਦੇ ਹੈਗੇ ਆ ਤੇ ਉਹ ਬੈਸਟ ਵੇ ਆ ਇਹਨੂੰ ਬੈਨ ਕਰਨ ਦੀ ਬਜਾਏ। ਸੋ ਆਪਾਂ ਇਹਦੇ ਨਾਲ ਕੰਪਲੀਟਲੀ ਡਿਸਐਗਰੀ ਜਾਵਾਂਗੇ ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਮੋਬਾਈਲ ਫੋਨ ਇੰਨਾ ਜ਼ਿਆਦਾ ਹਾਰਮਫੁਲ ਨਹੀਂ ਹੈਗਾ ਜਿੰਨੀ ਕਿ ਸਮੋਕਿੰਗ ਆ। ਸੋ ਇਟ ਸ਼ੁਡ ਨਾਟ ਬੀ ਬੈਨ, ਇਹ ਬੈਨ ਨਹੀਂ ਹੋਣਾ ਚਾਹੀਦਾ। ਠੀਕ ਹੈ, ਹੁਣ ਇੰਟਰੋਡਕਸ਼ਨ ਕਰਾਂਗੇ ਤੇ ਇੰਟਰੋਡਕਸ਼ਨ ਦੇ ਲਈ ਆਪਣੇ ਕੋਲ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾ ਰੀਫਰੇਜ਼ਿੰਗ ਤੇ ਦੂਸਰਾ ਥੀਸਿਸ ਲਾਈਨ। ਠੀਕ ਹੈ ਜੀ, ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਰੀਫਰੇਜ਼ਿੰਗ ਕਰਾਂਗੇ ਸਟੇਟਮੈਂਟ ਦੀ, ਜੋ ਕਿ ਇੱਥੋਂ ਤੱਕ ਆਪਣੀ ਸਟੇਟਮੈਂਟ ਆ। ਜਿੱਥੋਂ ਤਾਈਂ ਆਪਣੀ ਸਟੇਟਮੈਂਟ ਆ ਉੱਥੋਂ ਤਾਈਂ ਆਪਾਂ ਰੀਫਰੇਜ਼ਿੰਗ ਕਰਾਂਗੇ। ਠੀਕ ਹੈ, ਉਸ ਤੋਂ ਨੈਕਸਟ ਆਪਣਾ ਕੁਐਸਚਨ ਸਟਾਰਟ ਹੋ ਜਾਂਦਾ। ਆਪਾਂ ਕਹਿੰਦੇ ਟੂਡੇ ਵਰਲਡ ਦੇ ਵਿੱਚ ਜੋ ਮੋਬਾਈਲ ਫੋਨਸ ਆ, ਮੋਬਾਈਲ ਫੋਨ ਐਸ ਪਾਏ ਜ਼ਿਆਦਾ ਇਸ ਕਰਕੇ ਹੈਵ ਆਇਆ। ਜੋ ਮੋਬਾਈਲ ਫੋਨਸ ਆ ਅਗਰ ਐਸੇ ਨਹੀਂ ਪਾਉਂਦੀ ਤੇ ਫਿਰ ਇੱਥੇ ਹੈਜ਼ ਹੋਣਾ ਸੀ। ਠੀਕ ਹੈ ਜੀ, ਆਪਾਂ ਕਿਹਾ ਜੋ ਮੋਬਾਈਲ ਫੋਨਸ ਹੈਗੇ ਆ ਹੈਵ ਐਨ ਐਸੈਂਸ਼ੀਅਲ ਪਾਰਟ। ਐਸੈਂਸ਼ੀਅਲ ਕੀ ਹੁੰਦਾ? ਜ਼ਰੂਰੀ, ਇੱਕ ਜ਼ਰੂਰੀ ਹਿੱਸਾ ਹੈ ਆਫ ਐਵਰੀਡੇ ਲਾਈਫ ਦਾ, ਆਪਣੀ ਐਵਰੀਡੇ ਲਾਈਫ ਦਾ ਜ਼ਰੂਰੀ ਹਿੱਸਾ ਹੈਗਾ। ਸਮ ਪੀਪਲ ਬਲੀਵ ਦੈਟ, ਕੁਝ ਲੋਕ ਬਲੀਵ ਕਰਦੇ ਆ, ਦੇ ਆਰ ਐਜ਼ ਐਨ ਐਂਟੀ ਸੋਸ਼ਲ ਹੈ ਐਜ਼ ਸਮੋਕਿੰਗ। ਆਪਾਂ ਕਿਹਾ ਕੁਝ ਲੋਕ ਬਲੀਵ ਕਰਦੇ ਆ ਕਿ ਐਂਟੀ ਸੋਸ਼ਲ ਹੈਗੇ ਆ ਸਮੋਕਿੰਗ ਦੀ ਤਰ੍ਹਾਂ ਹੀ, ਐਂਡ ਸ਼ੁੱਡ ਬੀ ਪ੍ਰੋਹਿਬਿਟਡ। ਪ੍ਰੋਹਿਬਿਟਡ ਮਤਲਬ ਬੈਨ, ਬੈਨ ਦਾ ਸਿਨੋਨਿਮ ਆ ਪ੍ਰੋਹਿਬਿਟਡ। ਠੀਕ ਹੈ, ਮਨਾਹੀ ਹੋਣੀ ਚਾਹੀਦੀ ਆ ਇਨ ਪਬਲਿਕ ਪਲੇਸਿਸ ਦੇ ਵਿੱਚ। ਠੀਕ ਹੈ ਜੀ, ਇੱਥੇ ਇਹਨਾਂ ਨੇ ਕਿਹਾ ਹੈਗਾ ਸਰਟਨ ਪਲੇਸਿਸ, ਤੇ ਸਰਟਨ ਪਲੇਸਿਸ ਉਹੀ ਜਿੱਥੇ ਲੋਕ ਜਾਂਦੇ ਆ, ਆਮ ਜਨਤਾ ਜਾਂਦੀ ਹੈਗੀ ਆ, ਜਿਵੇਂ ਆਪਾਂ ਲਿਖਦੇ ਇਹਨੂੰ ਪਬਲਿਕ ਪਲੇਸਿਸ ਦੇ ਵਿੱਚ। ਸੋ ਇਹ ਆਪਣੀ ਹੋਗੀ ਰੀਫਰੇਜ਼ਿੰਗ। ਇਹਨੂੰ ਕੋਈ ਕੰਪਲੀਟ ਆਰਾਮ ਦੇ ਨਾਲ ਰੀਡ ਕਰ ਲਓ। ਕਦੀ ਵੀ ਵਕੈਬ ਜਦੋਂ ਤੁਸੀਂ ਰੀਫਰੇਜ਼ਿੰਗ ਕਰਨੀ ਹੈ, ਕਦੀ ਵੀ ਵਕੈਬ ਦਾ ਜਿਹੜਾ ਡਿਫਿਕਲਟ ਵਰਡ ਨਹੀਂ ਲਿਖਣਾ ਹੈਗਾ ਜਿਹਦਾ ਕਿ ਤੁਹਾਨੂੰ ਐਗਜ਼ੈਕਟ ਮੀਨਿੰਗ ਨਹੀਂ ਪਤਾ। ਸੇਮ ਲਿਖ ਦੋਗੇ ਕੁਝ ਨਹੀਂ ਜਾਂਦਾ, ਬਟ ਹਾਂ ਜੇ ਤੁਸੀਂ ਗਲਤ ਮੀਨਿੰਗ ਲਿਖ ਦਿੰਦੇ ਹੋ, ਗਲਤ ਵਕੈਬਲਰੀ ਦਾ ਵਰਡ ਲਿਖ ਦਿੰਦੇ ਹੈਗੇ ਹੋ, ਤੁਹਾਡੇ ਮਾਰਕਸ 100% ਜਾਣਗੇ। ਇਹ ਗੱਲ ਯਾਦ ਰੱਖੋ ਖੁਦ। ਅਗਰ ਤੁਸੀਂ ਸਟੇਟਮੈਂਟ ਵਿੱਚੋਂ 2-3 ਲਾਈਨ ਰੀਫਰੇਜ਼ ਕਰ ਦਿੰਦੇ ਹੋ, 2-3 ਵਰਡ ਰੀਫਰੇਜ਼ ਕਰ ਦਿੰਦੇ ਹੋਗੇ, ਇਨਫ। ਠੀਕ ਹੈ, ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਦੋ ਵੇ ਦੇ ਨਾਲ ਹੀ ਰੀਫਰੇਜ਼ਿੰਗ ਹੁੰਦੀ ਹੈ, ਜਾਂ ਤਾਂ ਉਹਨੂੰ ਤੁਸੀਂ ਰੀਡ ਕਰਕੇ ਆਪਣੀ ਵਰਡਿੰਗ ਦੇ ਵਿੱਚ ਲਿਖ ਦਿਓ ਜਾਂ ਵਿੱਚ ਸਿਨੋਨਿਮਸ ਐਡ ਕਰ ਦਿਓ। ਬਹੁਤ ਸਾਰਾ ਐਕਸੈਪਟੇਬਲ ਹੈਗੇ ਆ, ਬਟ ਕੋਈ ਗਲਤ ਸਿਨੋਨਿਮ ਨਹੀਂ ਲਿਖਣਾ ਜਿਹਦਾ ਤੁਹਾਨੂੰ ਐਗਜ਼ੈਕਟ ਮੀਨਿੰਗ ਨਹੀਂ ਪਤਾ ਹੈਗਾ। ਠੀਕ ਹੈ, ਇਹ ਨਾ ਹੋਵੇ ਕਿ ਤੁਸੀਂ ਬੈਂਡ ਇਨਕਰੀਜ਼ ਦੇ ਚੱਕਰ ਦੇ ਵਿੱਚ ਉਹਨੂੰ ਡਿਕਰੀਜ਼ ਕਰਕੇ ਬੈਠ ਜਾਓ। ਠੀਕ ਹੈ, ਬਹੁਤ ਸਿੰਪਲ ਵੇ ਦੇ ਨਾਲ ਤੁਸੀਂ ਆਪਣੀ ਜਿਹੜੀ ਇੰਟਰੋਡਕਸ਼ਨ ਆ ਉਹ ਲਿਖਣੀ ਹੈਗੀ ਆ। ਰੀਫਰੇਜ਼ਿੰਗ ਆਪਾਂ ਕੀਤੀ ਕਿ ਅੱਜ ਦੇ ਵਰਲਡ ਦੇ ਵਿੱਚ ਮੋਬਾਈਲ ਫੋਨ ਜਿਹੜਾ ਵਾ ਉਹ ਇੱਕ ਐਸੈਂਸ਼ੀਅਲ ਪਾਰਟ ਬਣ ਗਿਆ ਐਵਰੀਡੇ ਲਾਈਫ ਦੇ ਵਿੱਚ। ਸਮ ਪੀਪਲ ਕਹਿੰਦੇ ਐਂਟੀ ਸੋਸ਼ਲ ਹੈ ਸਮੋਕਿੰਗ ਦੀ ਤਰ੍ਹਾਂ ਤੇ ਪ੍ਰੋਹਿਬਿਟਡ ਹੋਣਾ ਚਾਹੀਦਾ ਵਾ ਪਬਲਿਕ ਪਲੇਸਿਸ ਦੇ ਵਿੱਚ। ਠੀਕ ਹੈ, ਹੁਣ ਆਪਾਂ ਇਹਦੀ ਥੀਸਿਸ ਲਾਈਨ ਲਿਖੀਆਂ ਜੇ ਤੋਂ ਐਗਜ਼ਾਮੀਨਰ ਨੂੰ ਪਤਾ ਲੱਗੇਗਾ ਕਿ ਆਪਾਂ ਐਗਰੀ ਆ, ਡਿਸਐਗਰੀ ਆ ਜਾਂ ਪਾਰਸ਼ਲੀ ਜਾਂ ਕੰਪਲੀਟਲੀ ਐਗਰੀ ਆ। ਜਿਹਦੇ ਤੋਂ ਆਪਣੀ ਹੱਦ ਐਗਜ਼ਾਮੀਨਰ ਨੂੰ ਪਤਾ ਲੱਗੇਗੀ। ਤੇ ਆਪਾਂ ਲਿਖਿਆ ਆਈ ਕੰਪਲੀਟਲੀ ਡਿਸਐਗਰੀ। ਕੰਪਲੀਟਲੀ ਮਤਲਬ ਪੂਰੀ ਤਰ੍ਹਾਂ 100% ਮੈਂ ਇਹਦੇ ਨਾਲ ਡਿਸਐਗਰੀ ਆ। ਹੁਣ ਮੈਂ ਥੀਸਿਸ ਲਾਈਨ ਪੜਾਂਗੀ ਜੇ ਤੋਂ ਐਗਜ਼ਾਮੀਨਰ ਨੂੰ ਪਤਾ ਲੱਗੇਗਾ ਕਿ ਮੈਂ ਸਟੇਟਮੈਂਟ ਦੇ ਨਾਲ ਐਗਰੀ ਆ, ਕੰਪਲੀਟਲੀ ਜਾਂ ਡਿਸਐਗਰੀ ਆ ਜਾਂ ਲਾਰਜਲੀ ਆ ਜਾਂ ਪਾਰਸ਼ਲੀ ਆ। ਤੇ ਮੈਂ ਲਿਖਿਆ ਆਈ ਕੰਪਲੀਟਲੀ ਡਿਸਐਗਰੀ ਵਿਦ ਦਿਸ ਸਟੇਟਮੈਂਟ। ਇਸ ਸਟੇਟਮੈਂਟ ਦੇ ਨਾਲ ਮੈਂ ਪੂਰੀ ਤਰੀਕੇ ਦੇ ਨਾਲ ਡਿਸਐਗਰੀ ਹੈਗੀ ਆ। ਹੁਣ ਕੰਪਲੀਟਲੀ ਤੋਂ ਪਤਾ ਲੱਗ ਗਿਆ ਮੈਂ 100% ਇਹਦੇ ਨਾਲ ਡਿਸਐਗਰੀ ਆ। ਉਸ ਤੋਂ ਬਾਅਦ ਮੈਂ ਕਾਰਨ ਵੀ ਦੱਸਾਂਗੀ ਕਿ ਮੈਂ ਕਿਉਂ ਨਹੀਂ ਇਹਦੇ ਨਾਲ ਐਗਰੀ ਗਈ। ਤੇ ਮੈਂ ਕਿਹਾ ਮੈਂ ਕੰਪਲੀਟਲੀ ਡਿਸਐਗਰੀ ਇਸ ਕਰਕੇ ਕਿਉਂਕਿ ਜੋ ਮੋਬਾਈਲ ਫੋਨ ਉਹ ਪ੍ਰੋਵਾਈਡ ਕਰਦਾ ਹੈ ਮੈਨੀ ਬੈਨੀਫਿਟਸ। ਹੁਣ ਮੋਬਾਈਲ ਫੋਨ ਜ਼ਿਆਦਾ ਹੀ ਇਸ ਕਰਕੇ ਪ੍ਰੋਵਾਈਡ ਨਾ ਐਸ ਨਹੀਂ ਲੱਗਾ। ਜਦੋਂ ਤੁਹਾਡਾ ਜੋ ਸਬਜੈਕਟ ਹੁੰਦਾ ਹੈ ਉਹ ਪਲੂਰਲ ਹੁੰਦਾ ਹੈ ਤੇ ਫਿਰ ਤੁਸੀਂ ਵਰਬ ਦੇ ਨਾਲ SES ਨਹੀਂ ਪਾਉਂਦੇ। ਬਟ ਜੇ ਉਹੀ ਸਿੰਗੂਲਰ ਹੁੰਦਾ ਹੈ, ਜਿਵੇਂ ਇੱਥੇ ਫੋਨਸ ਨਹੀਂ ਹੁੰਦਾ, ਜੇ ਮੈਂ ਇੱਥੇ ਕੱਲਾ ਫੋਨ ਲਿਖਿਆ ਹੁੰਦਾ ਤੇ ਫਿਰ ਮੈਂ ਪ੍ਰੋਵਾਈਡ ਨਾ S ਪਾਉਣਾ ਸੀ ਕਿਉਂਕਿ ਮੋਬਾਈਲ ਫੋਨ ਸਿੰਗੂਲਰ ਹੋਣਾ ਸੀ। ਬਟ ਹੁਣ ਇੱਥੇ ਪਲੂਰਲ ਹੈ, ਮੋਬਾਈਲ ਫੋਨ ਦੇ ਨਾਲ ਮੈਂ S ਪਾਇਆ, ਇਸ ਕਰਕੇ ਪ੍ਰੋਵਾਈਡ ਦੇ ਨਾਲ ਮੈਂ S ਨਹੀਂ ਪਾਵਾਂਗੀ। ਹੈ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਪਰ ਬਹੁਤ ਧਿਆਨ ਵਿੱਚ ਰੱਖਣ ਵਾਲੀ ਚੀਜ਼ ਹੈ। ਇਫ ਯੂ ਵਾਂਟ ਟੂ ਗੈਟ 7+ ਸਕੋਰ। ਠੀਕ ਹੈ, ਐਂਡ ਆਰ ਨਾਟ ਹਾਰਮਫੁਲ ਟੂ ਅਦਰ ਪੀਪਲਸ ਹੈਲਥ। ਤੇ ਇਹ ਹਾਰਮਫੁਲ ਨਹੀਂ ਹੈਗਾ ਲੋਕਾਂ ਦੀ ਹੈਲਥ ਦੇ ਲਈ। ਮੈਂ ਕਿਹਾ ਇਹ ਬਹੁਤ ਸਾਰੇ ਬੈਨੀਫਿਟ ਪ੍ਰੋਵਾਈਡ ਕਰਦਾ ਹੈ ਤੇ ਲੋਕਾਂ ਦੇ ਹੈਲਥ ਲਈ ਹਾਰਮਫੁਲ ਨਹੀਂ ਹੈਗਾ। ਇਸ ਕਰਕੇ ਮੈਂ ਇਸ ਸਟੇਟਮੈਂਟ ਦੇ ਨਾਲ ਡਿਸਐਗਰੀ ਆ। ਸੋ ਇਹ ਆਪਣੀ ਬਣ ਗਈ ਪੂਰੀ ਇੰਟਰੋਡਕਸ਼ਨ। ਪਹਿਲਾਂ ਆਪਾਂ ਕੀਤੀ ਰੀਫਰੇਜ਼ਿੰਗ, ਦੈਨ ਆਪਾਂ ਕੀਤੀ ਇਹਦੀ ਥੀਸਿਸ। ਠੀਕ ਹੈ ਜੀ,
देखो बच्चे, मैं फर्स्ट बीपी ਦੇ ਵਿੱਚ ਮੇਨ ਪੁਆਇੰਟ ਦਵਾਂਗੀ ਆਪਣਾ। ਮੈਂ ਕਿਹਾ ਟੂ ਬਿਗਿਨ ਵਿਦ ਇੱਕ ਹੀ ਕਨੈਕਟਰ ਸਟਾਰਟਿੰਗ ਚ ਰੱਖੀਦਾ, ਟੂ ਇਨੀਸ਼ੀਏਟ ਵਿਦ ਲਿਖ ਲਓ ਜਾਂ ਟੂ ਕਮੈਂਸ ਵਿਦ ਲਿਖ ਲਓ ਜਾਂ ਟੂ ਬਿਗਿਨ ਵਿਦ ਲਿਖ ਲਓ। ਠੀਕ ਹੈ ਜੀ। ਆਪਾਂ ਕਿਹਾ ਟੂ ਬਿਗਿਨ ਵਿਦ, ਜੋ ਪ੍ਰੀਡੋਮੀਨੈਂਟ ਦਾ ਪ੍ਰਮੁੱਖ ਰੀਜ਼ਨਸ ਵਾਈ ਸੈਲਫੋਨਸ ਆਰ ਐਸੈਂਸ਼ੀਅਲ। ਮੈਂ ਕਿਹਾ ਜੋ ਪ੍ਰਮੁੱਖ ਕਾਰਨ ਆ ਕਿ ਕਿਉਂ ਸੈਲਫੋਨ ਐਸੈਂਸ਼ੀਅਲ ਇਜ਼ ਡੈਟ ਇਹ ਆ, ਦੇ ਪ੍ਰੋਵਾਈਡ ਸੇਫਟੀ ਐਂਡ ਅਲੋ ਪੀਪਲ to communicate with other instantly। मैं मेन पॉइंट ये दिता कि ये सेफ्टी प्रोवाइड करते हैं। ठीक है। तो दूसरे नंबर ते आपां कहा कि ये आपां की कर सकते, कम्युनिकेट कर सकते हैं दूसरे ना इंस्टेंटली। इंस्टेंटली कहते किवें? आपां कहा कि देखो तुसीं तुरंत जे तुहाडे कोल मोबाइल फोन हैगा, तुसीं अपनी फैमिली फ्रेंड्स कलीग्स नाल गल कर सकते हैगे हो। ठीक है। इमरजेंसी सिचुएशन दे विच एक्सीडेंट दे समय विच तुसीं इंस्टेंटली हैल्प लै सकते हैगे। जो तुसीं मेन पॉइंट लिखिया उन्होंने तुसीं फर्दर एक्सप्लेन करना है। ठीक है। हुण आपां मेन पॉइंट देता कि ये आपां नूं एक ते सेफ्टी दिंदा है, दूजी गल की दिंदा हैगा है जी आपां नूं अलो करदा है कि आपां दूजियां दे नाल कम्युनिकेट कर सकीए। हुण जो आपां मेन पॉइंट लिखिया सी उन्होंने आपां फर्दर एक्सप्लेन करांगे। आपां कनैक्ट लाए इन अदर वर्ड्स। इन अदर वर्ड्स का मतलब हुंदा कि दूजे शब्दां च तुहानूं एक्सप्लेन करके दसदे आ। आपां क्या पीपल यूज सैलफोन टू स्टे इन टच विद फैमिली। आपां क्या पीपल यूज करते हैं सैलफोन स्टे इन टच मतलब कंटैक्ट दे विच रहन दे लई अपनी फैमिली दे नाल, फ्रेंड्स नाल एंड कोलीग्स दे नाल। मोर ओवर दे आर ऑल्सो एक्सट्रीमली दा बहुत ज्यादा यूजफुल हैगा इन एमरजेंसीज। आपां क्या एमरजेंसी दे विच भी जो मोबाइल फोन हैगा वो बहुत ज्यादा जिहड़ा हैगा वा यूजफुल हुंदा है। किवें उहनूं आपां हुण एग्जांपल दे के प्रूव करांगे। ठीक है जी। नेक्स्ट आपां एग्जांपल दित्ती। आपां क्या for example if someone has an accident or suddenly become ill। अगर किसी का एक्सीडेंट हो जाता है या अचानक बीमार पै जाता है, a mobile phone allows them to call for help immediately। ਤੇ ਮੋਬਾਈਲ ਫੋਨ ਦੇ ਨਾਲ ਜਿਹੜਾ ਹੈਗਾ ਉਹ ਕਿਸੇ ਨੂੰ ਕਾਲ ਕਰ ਸਕਦੇ ਆ ਇਮੀਡੀਏਟਲੀ। ਠੀਕ ਹੈ ਜੀ। ਨੈਕਸਟ ਆਪਾਂ ਮੇਨ ਪੁਆਇੰਟ ਦਿੱਤਾ। ਆਪਾਂ ਕਿਹਾ ਇਨ ਐਡੀਸ਼ਨ, ਇਸ ਤੋਂ ਇਲਾਵਾ जो स्टूडेंट्स आ यूज कर सकते हैं मोबाइल फोन्स फॉर ऑनलाइन लर्निंग्स दे लिए। ऑनलाइन लर्निंग्स दे लिए मोबाइल फोन यूज कर सकते हैं, रिसर्च करने दे लिए एंड एजुकेशनल एप्लीकेशंस दे लिए यूज कर सकते हैं। देखो जो तेरे को कोई देखो बच्चे जे तेरे को एक्स्ट्रा पॉइंट होंगे आ तो तुसी इन एडिशन मोर ओवर फर्दर मोर ला के लिख देने होंगे। मेन पॉइंट दिता उन्होंने एक्सप्लेन किया, ओदी एग्जांपल दी, उस तो बाद जो भी तुहाडा मेन पॉइंट हैगा कोई होर सेकंड वाला तो उन्होंने तुसी एक्सप्लेन कर सकते हो, लिख सकते हो जिवें मैं इत्थे लिखिया। इस तो इलावा स्टूडेंट जिहड़े आ मोबाइल फोन यूज कर सकते हैं ऑनलाइन लर्निंग्स दे लई, रिसर्च दे लई, एजुकेशनल एप्लीकेशन दे लई, वाइल जद कि जो इंप्लॉइज आ मतलब जो वर्कर्स आ वो डिपेंड करते हैं ऑन दैम मतलब मोबाइल फोन पे फॉर वर्कर रिलेटेड कम्युनिकेशन दे लई। हैंस इस करके हुण एंड ते आपां कंक्लूजन कढिया कि हैंस इस करके जो बैनिंग आ मोबाइल फोन वुड क्रिएट मोर प्रॉब्लम। अगर आपां मोबाइल फोन ਨੂੰ बैन कर ਦਿੰਦੇ ਆ ਤੇ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋਣਗੀਆਂ ਦੈਨ ਬੈਨੀਫਿਟਸ ਦੇ ਨਾਲੋਂ। ਕਿਉਂਕਿ ਇਧਰ ਦੇਖੋ ਆਪਾਂ ਆਪਣੀ ਲਰਨਿੰਗ ਦੇ ਲਈ ਵੀ ਇਹਦੇ ਤੇ ਡਿਪੈਂਡ ਕਰਦੇ ਆ, ਵਰਕਿੰਗ ਲਈ ਵੀ ਇਹਦੇ ਤੇ ਡਿਪੈਂਡ ਕਰਦੇ ਆ, ਕਮਿਊਨੀਕੇਟ ਕਰਨ ਦੇ ਲਈ ਵੀ ਤੇ ਇਮਰਜੈਂਸੀ ਸਿਚੁਏਸ਼ਨ ਦੇ ਲਈ। ਅਗਰ ਇਹ ਬੈਨ ਹੋ ਜਾਂਦੇ ਤਾਂ ਆਪਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਣਗੀਆਂ। ਤੇ ਆਪਾਂ ਕਵਾਂਗੇ ਫਿਰ ਆਪਾਂ ਐਂਡ ਤੇ ਦਾ ਕੰਕਲੂਜਨ ਇਹੀ ਕੱਢਿਆ ਕਿ ਅਗਰ ਆਪਾਂ ਇਹਨੂੰ ਬੈਨ ਕਰ ਦਿੰਦੇ ਆ ਤੇ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਨਾ ਕਿ ਬੈਨੀਫਿਟਸ ਕ੍ਰੀਏਟ ਹੋਣਗੇ। ਠੀਕ ਹੈ ਜੀ। ਹੁਣ ਮੈਂ ਓਵਰਆਲ ਤੁਹਾਨੂੰ ਦੱਸ ਦਿੰਦੀ ਹਾਂ ਕਿ ਇੱਕ ਬੀਪੀ ਨੂੰ ਆਪਾਂ ਕਿੱਦਾਂ ਅਰੇਂਜ ਕਰਕੇ ਲਿਖਿਆ ਹੈਗਾ ਏ। ਹੁਣ ਦੇਖੋ ਬੱਚੇ ਇਹਦੇ 'ਚ ਆਪਾਂ ਕੀ ਕੀਤਾ, ਸਭ ਤੋਂ ਪਹਿਲਾਂ ਆਪਾਂ ਮੇਨ ਪੁਆਇੰਟ ਦਿੱਤਾ, ਫਿਰ ਇਨ ਅਦਰ ਵਰਡ ਦੇ ਵਿੱਚ ਉਹਨੂੰ ਡਿਸਕ੍ਰਾਈਬ ਕੀਤਾ, ਕਨੈਕਟ ਲਾ ਕੇ ਮੇਨ ਪੁਆਇੰਟ ਦਿੱਤਾ, ਇਨ ਅਦਰ ਵਰਡ ਦੇ ਵਿੱਚ ਉਹਨੂੰ ਐਕਸਪਲੇਨ ਕੀਤਾ, ਦੈਨ ਐਗਜ਼ਾਮਪਲ ਦਿੱਤੀ। ਅਗਰ ਤੁਹਾਡੇ ਕੋਲ ਕੋਈ ਐਕਸਟਰਾ ਪੁਆਇੰਟ ਹੈਗਾ ਇਨ ਐਡੀਸ਼ਨ ਲਾ ਕੇ ਦੇ ਦੇਣਾ ਹੈ, ਅਦਰਵਾਈਜ਼ ਤੁਸੀਂ ਐਂਡ ਤੇ ਇਹਦਾ ਰਿਜ਼ਲਟ ਕੱਢ ਦੇਣਾ ਹੁੰਦਾ ਹੈ। ਠੀਕ ਹੈ ਬੱਚੇ। ਇਹ 3-4 ਚੀਜ਼ਾਂ ਤੋਂ ਜਿਹੜਾ ਤੁਹਾਡਾ ਇੱਕ ਬੀਪੀ ਬਣਦਾ ਹੈਗਾ ਹੈ। ਹੁਣ ਆਪਾਂ ਨੈਕਸਟ ਵਾਲਾ ਬੀਪੀ ਕਰਦੇ ਹਾਂ ਜੀ। ਹੁਣ ਦੇਖੋ ਆਪਾਂ ਨੈਕਸਟ ਪੁਆਇੰਟ ਦਿੱਤਾ ਫਰਦਰ ਮੂਵ। ਇਸ ਤੋਂ ਇਲਾਵਾ ਆਪਾਂ ਕਿਹਾ ਜੋ ਮੋਬਾਈਲ ਫੋਨ ਆ ਡਿਫਰੈਂਟ ਆ ਫਰੋਮ ਸਮੋਕਿੰਗ। ਆਪਾਂ ਕਿਹਾ ਸਮੋਕਿੰਗ ਦੇ ਨਾਲ ਤੇ ਮੋਬਾਈਲ ਫੋਨ ਡਿਫਰੈਂਟ ਆ ਬਿਕੋਜ਼ ਦੇ ਡੂ ਨਾਟ ਕਾਜ਼ ਫਿਜ਼ੀਕਲ ਹਾਰਮ ਟੂ ਅਦਰ ਪੀਪਲ। ਕਿਉਂਕਿ ਇਹਦੇ ਨਾਲ ਦੂਜੇ ਲੋਕਾਂ ਨੂੰ ਕੋਈ ਫਿਜ਼ੀਕਲ ਹਾਰਮ ਨਹੀਂ ਹੁੰਦਾ। ਹੁਣ ਐਗਜ਼ਾਮੀਨਰ ਕਹਿੰਦੇ ਕਿਵੇਂ, ਉਹਨੂੰ ਆਪਾਂ ਐਕਸਪਲੇਨ ਕੀਤਾ ਟੂ
एक्सप्लेन इट कनेक्टर लाके ਆਪਾਂ ਕਿ ਜੋ ਸਮੋਕਿੰਗ ਹੈ ਨਾ ਰਿਲੀਜ਼ ਕੈਮੀਕਲਸ ਇਨਟੂ ਦੀ 에ਅਰ ਸਮੋਕਿੰਗ ਦੇ ਨਾਲ ਕੀ ਹੁੰਦੇ ਆ ਕਿ 에ਅਰ ਦੇ ਵਿੱਚ ਕੈਮੀਕਲ ਰਿਲੀਜ਼ ਹੁੰਦੇ ਆ ਜੋ ਕਿ ਇਫੈਕਟਿੰਗ ਕਰਦੇ ਆ ਬੋਥ ਸਮੋਕਰ ਨੂੰ ਤੇ ਨਾਨ ਸਮੋਕਰਸ ਨੂੰ ਇਨ ਕੰਟਰਾਸਟ ਇਸ ਤੋਂ ਉਲਟ ਜੇ ਆਪਾਂ ਮੋਬਾਈਲ ਫੋਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਿ ਮੋਬਾਈਲ ਫੋਨ ਮੇ ਸਮ ਟਾਈਮ ਡਿਸਟਰਬ ਅਦਰਸ ਆਪਾਂ ਕਿ ਮੋਬਾਈਲ ਫੋਨ ਸ਼ਾਇਦ ਦੂਜਿਆਂ ਨੂੰ ਕਦੀ-ਕਦੀ ਡਿਸਟਰਬ ਕਰ ਸਕਦਾ ਵਿਦ ਲਾਊਡ ਕਾਲਸ ਦੇ ਨਾਲ ਬਟ ਦਿਸ ਇਸ਼ੂਜ਼ ਕੈਨ ਬੀ ਸੋਲਵ ਬਟ ਆਪਾਂ ਕਿ ਇਹ ਇਸ਼ੂ ਸੋਲਵ ਹੋ ਸਕਦਾ ਹੈ ਜਦੋਂ ਕੈਨ ਦੇ ਨਾਲ ਕਿਸੇ ਵੀ ਮਾਡਲਸ ਨਾਲ ਬੀ ਲੱਗ ਜਾਂਦਾ ਹੈ ਫਿਰ ਵਰਬ ਦੀ ਥਰਡ ਫਾਰਮ ਹੁੰਦੀ ਹੈ ਸੋਲਵਡ ਆਪਾਂ ਕਿਹਾ ਕਿ ਇਸ ਇਸ਼ੂ ਨੂੰ ਆਪਾਂ ਸੋਲਵ ਕਰ ਸਕਦੇ ਹਾਂ ਬਾਈ ਯੂਜ਼ਿੰਗ ਸਾਇਲੈਂਟ ਮੋਡ ਯੂਜ਼ ਕਰਕੇ ਔਰ ਫੋਲੋਇੰਗ ਪ੍ਰੋਪਰ ਫੋਨ ਐਟੀਕੇਟਸ ਹੁੰਦੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਗੁੱਡ ਮੈਨਰਸ ਦੇ ਨਾਲ ਆਪਾਂ ਇਹਨਾਂ ਦੇ ਐਟੀਕੇਟਸ ਨੂੰ ਯੂਜ਼ ਕਰਕੇ ਜਿਹੜਾ ਹੈਗਾ ਵਾ ਫੋਲੋ ਕਰਕੇ ਇਹਦੇ ਇਹ ਵਾਲੀ ਜੋ ਡਿਸਟਰਬੈਂਸ ਹੈਗੀ ਰਿਡਿਊਸ ਕਰ ਸਕਦੇ ਹਾਂ ਠੀਕ ਹੈ ਨੈਕਸਟ ਆਪਾਂ ਐਗਜ਼ਾਮਪਲ ਦਿੱਤੀ ਕਿਹਾ ਫॉर इंस्टेंस जो पीपल आ कैन स्विच देयर फोन्स टू साइलेंट मोड लोग अपने फोन ਨੂੰ ਸਾਇਲੈਂਟ ਮੋਡ ਤੇ ਰੱਖ ਸਕਦੇ ਆ ਇਨ ਲਾਇਬ੍ਰੇਰੀਜ਼ ਦੇ ਵਿੱਚ ਹਸਪੀਟਲਸ ਦੇ ਵਿੱਚ ਔਰ ਸਿਨੇਮਾਸ ਦੇ ਵਿੱਚ ਟੂ ਅਵੋਇਡ ਡਿਸਟਰਬਿੰਗ ਅਦਰਸ ਡਿਸਟਰਬੈਂਸ ਅਵੋਇਡ ਕਰਨ ਦੇ ਲਈ ਆਪਾਂ ਇਹਨੂੰ ਸਾਇਲੈਂਟ ਮੋਡ ਤੇ ਰੱਖ ਸਕਦੇ ਆ ਲਾਇਬ੍ਰੇਰੀਜ਼ ਦੇ ਵਿੱਚ ਹਸਪੀਟਲਸ ਦੇ ਵਿੱਚ ਤੇ ਸਿਨੇਮਾ ਦੇ ਵਿੱਚ ठीक है नेक्स्ट आप कंक्लूजन कढ़िया एज रिजल्ट इस करके जो रिस्पोंसिबल यूज आ एक बैटर सोल्यूशन आ ठीक है दैन अ कंप्लीट बैन नालों अगर आप एक रिस्पोंसिबल यूज करते हैं तो वह बहुत वधिया सोल्यूशन रहिंदा इहदे लई ठीक है जी हुण जो आप BP1 BP2 ਦੇ ਵਿੱਚ ਲਿਖਦੇ ਆ ਉਹ ਆਪਾਂ ਕੰਕਲੂਜਨ ਦੇ ਵਿੱਚ ਲਿਖਣਾ ਤੇ ਯਾਦ ਰੱਖਣਾ ਕੰਕਲੂਜਨ ਦੇ ਵਿੱਚ ਕੋਈ ਐਕਸਟਰਾ ਪੁਆਇੰਟ ਨਹੀਂ ਅਗਰ ਤੁਸੀਂ ਕੰਕਲੂਜਨ ਦੇ ਵਿੱਚ ਐਕਸਟਰਾ ਪੁਆਇੰਟ ਦੇ ਦਿੰਦੇ ਹੋ ਤੇ ਉਹ ਤੁਹਾਡਾ ਥਰਡ BP ਕੰਸੀਡਰ ਕੀਤਾ ਜਾਏਗਾ ਤੇ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਠੀਕ ਹੈ ਸੋ ਆਪਾਂ ਇੱਕ ਵਾਰੀ ਓਵਰਆਲ ਦੇਖ ਲੈਂਦੇ ਹਾਂ ਕਿ ਆਪਾਂ BP1 BP2 ਦੇ ਵਿੱਚ ਕੀ ਲਿਖਿਆ ਜਿਵੇਂ ਫਸਟ BP ਚ ਆਪਾਂ ਕਿਹਾ ਕਿ ਇਹ ਸਾਨੂੰ ਸੇਫਟੀ ਪ੍ਰੋਵਾਈਡ ਕਰਦਾ ਹੈ ਤੇ ਨਾਲ ਅਲਾਉ ਕਰਦਾ ਕਮਿਊਨੀਕੇਟ ਕਰਨ ਵਾਸਤੇ ਦੂਸਰਿਆਂ ਦੇ ਨਾਲ ਉਹਨੂੰ ਆਪਾਂ ਫਰਦਰ ਐਕਸਪਲੇਨ ਕੀਤਾ ਕਿ ਆਪਾਂ ਸਟੇ ਇਨ ਟੱਚ ਦੇ ਵਿੱਚ ਰਹਿੰਦੇ ਆ ਆਪਣੀ ਫੈਮਿਲੀ ਫਰੈਂਡਸ ਤੇ ਕੋਲੀਗਸ ਦੇ ਨਾਲ ਇਸ ਤੋਂ ਇਲਾਵਾ ਇਹ ਯੂਜ਼ਫੁਲ ਹੈਗਾ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਸੋ ਐਗਜ਼ਾਮੀਨਰ ਕਹਿੰਦੇ ਕਿਦਾਂ ਸੋ ਜੋ ਆਪਾਂ ਆਈਡੀਆ ਦਿੱਤਾ ਸੀ ਉਹਨੂੰ ਆਪਾਂ ਫਰਦਰ ਚੰਗੀ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਐਕਸਪਲੇਨ ਕਰਕੇ ਐਗਜ਼ਾਮਪਲ ਦਿੱਤੀ ਆਪਾਂ ਕਿਹਾ ਕਿ ਜੇਕਰ ਕੋਈ ਜਿਹੜਾ ਵਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜੇ ਕੋਈ ਸਡਨਲੀ ਜਿਹੜਾ ਇਲ ਹੋ ਜਾਂਦਾ ਹੈ ਤੇ ਉਹ ਕਾਲ ਕਰ ਸਕਦਾ ਹੈ ਹੈਲਪ ਦੇ ਲਈ ਇਮੀਡੀਏਟਲੀ ਠੀਕ ਹੈ ਇਸ ਤੋਂ ਇਲਾਵਾ ਆਪਾਂ ਸੈਕੰਡ ਪੁਆਇੰਟ ਇਹਦੇ ਨਾਲ ਹੀ ਹੋਰ ਦਿੱਤਾ ਕਿ ਜੋ ਸਟੂਡੈਂਟਸ ਆ ਉਹ ਯੂਜ਼ ਕਰ ਸਕਦੇ ਆ ਮੋਬਾਈਲ ਫੋਨ ਨੂੰ ਆਨਲਾਈਨ ਲਰਨਿੰਗ ਦੇ ਲਈ ਰਿਸਰਚ ਦੇ ਲਈ ਐਜੂਕੇਸ਼ਨ ਐਪਲੀਕੇਸ਼ਨਸ ਦੇ ਲਈ ਤੇ ਜੋ EMPLOYEES ਹੈਗੇ ਵਰਕਰਸ ਹੈਗੇ ਉਹ ਵਰਕ ਰਿਲੇਟਡ ਕਮਿਊਨੀਕੇਸ਼ਨ ਦੇ ਲਈ ਇਹਨੂੰ ਯੂਜ਼ ਕਰਦੇ ਆ ਇਸ ਕਰਕੇ ਜੋ ਬੈਨਿੰਗ ਇਹਦੀ ਹੈਗੀ ਆ ਉਹ ਕੀ ਕ੍ਰੀਏਟ ਕਰ ਸਕਦੀ ਆ ਮੋਰ ਪ੍ਰੋਬਲਮਸ ਕ੍ਰੀਏਟ ਕਰ ਸਕਦੀ ਆ ਬੈਨੀਫਿਟ ਦੇ ਨਾਲ ਠੀਕ ਹੈ ਨੈਕਸਟ ਜੋ ਆਪਾਂ ਸੈਕੰਡ BP ਕਿਹਾ ਸੀ ਸੈਕੰਡ BP ਦੇ ਵਿੱਚ ਆਪਾਂ ਇਹ ਗੱਲ ਕੀਤੀ ਸੀ ਸੈਕੰਡ BP ਚ ਆਪਾਂ ਕਿਹਾ ਜੋ ਮੋਬਾਈਲ ਫੋਨ ਨਾਲ ਡਿਫਰੈਂਟ ਹੈਗਾ ਵਾ ਸਮੋਕਿੰਗ ਦੇ ਨਾਲੋਂ ਕਿਉਂਕਿ ਇਹਦੇ ਨਾਲ ਕਿਸੇ ਵੀ ਤਰੀਕੇ ਦਾ ਜਿਹੜਾ ਹੈਗਾ ਫਿਜ਼ੀਕਲ ਹਾਰਮ ਜਿਹੜਾ ਨਹੀਂ ਹੁੰਦਾ ਦੂਸਰਿਆਂ ਨੂੰ ਉਹਨੂੰ ਐਕਸਪਲੇਨ ਕੀਤਾ ਕਿਦਾਂ ਆਪਾਂ ਕਿਹਾ ਜੋ ਸਮੋਕਿੰਗ ਆ ਉਹ ਰਿਲੀਜ਼ ਕਰਦਾ ਹੈ ਕੈਮੀਕਲ 에ਅਰ ਦੇ ਵਿੱਚ ਜਿਨ੍ਹਾਂ ਦੋਨੋਂ ਹੀ ਚੀਜ਼ਾਂ ਇਫੈਕਟ ਹੁੰਦੀਆਂ ਹੈ ਸਮੋਕਰ ਵੀ ਹੁੰਦੇ ਆ ਤੇ ਨਾਨ ਸਮੋਕਰ ਵੀ ਹੁੰਦੇ ਆ ਠੀਕ ਹੈ ਇਹਦੇ ਉਲਟ ਜੇ ਆਪਾਂ ਮੋਬਾਈਲ ਫੋਨ ਦੀ ਗੱਲ ਕਰਦੇ ਆ ਤੇ ਉਹ ਕਦੀ-ਕਦੀ ਆਪਾਂ ਕਿਹਾ ਡਿਸਟਰਬ ਕਰ ਦਿੰਦਾ ਦੂਸਰਿਆਂ ਨੂੰ ਜੇ ਲਾਊਡ ਕਾਲਸ ਕਰ ਸਕਦੀਆਂ ਆਪਣੀਆਂ ਤੇ ਇਹ ਇਸ਼ੂ ਨੂੰ ਆਪਾਂ ਸੋਲਵ ਕਰ ਸਕਦੇ ਹੈਗੇ ਆ ਸਾਇਲੈਂਟ ਮੋਡ ਦੇ ਨਾਲ ਤੇ ਪ੍ਰੋਪਰ ਫੋਨ ਐਟੀਕੇਟਸ ਨੂੰ ਫੋਲੋ ਕਰਕੇ ਠੀਕ ਹੈ ਫਿਰ ਨੈਕਸਟ ਇਹਦੀ ਐਗਜ਼ਾਮਪਲ ਦਿੱਤੀ ਆਪਾਂ ਨੈਕਸਟ ਆਪਾਂ ਐਗਜ਼ਾਮਪਲ ਦਿੱਤੀ ਕਿ ਆਪਾਂ ਆਪਣੇ ਮੋਬਾਈਲ ਫੋਨ ਨੂੰ ਜਿਹੜਾ ਸਾਇਲੈਂਟ ਮੋਡ ਤੇ ਰੱਖ ਸਕਦੇ ਹੈਗੇ ਆ ਲਾਇਬ੍ਰੇਰੀ ਦੇ ਵਿੱਚ ਹਸਪੀਟਲਸ ਦੇ ਵਿੱਚ ਸਿਨੇਮਾ ਦੇ ਵਿੱਚ ਤਾਂ ਜੋ ਦੂਸਰੇ ਜਿਹੜੇ ਹੈਗੇ ਆ ਡਿਸਟਰਬ ਨਾ ਹੋਣ ਅਦਰ ਡਿਸਟਰਬ ਨਾ ਹੋਣ ਠੀਕ ਹੈ ਇਸ ਕਰਕੇ ਰਿਸਪੌਂਸਿਬਲ ਯੂਜ਼ ਇੱਕ ਬੈਟਰ ਸੋਲੂਸ਼ਨ ਆ ਇਹਨੂੰ ਬੈਨ ਕਰਨ ਦੀ ਬਜਾਏ ਠੀਕ ਹੈ ਜੀ ਨੈਕਸਟ ਦੇਖੋ ਹੁਣ ਆਪਾਂ ਜਿਹੜਾ ਇਹਦਾ ਕੰਕਲੂਜਨ ਲਿਖਿਆ ਜੋ ਆਪਾਂ BP1 2 ਦੇ ਵਿੱਚ ਲਿਖਿਆ ਉਹੀ ਆਪਾਂ ਕੰਕਲੂਜਨ ਦੇ ਵਿੱਚ ਕੰਕਲੂਡ ਕਰਾਂਗੇ ਤੇ ਆਪਾਂ ਕਿਹਾ ਇਨ ਕੰਕਲੂਜਨ ਦੇ ਵਿੱਚ ਇਟ ਇਜ਼ ਕਲੀਅਰ ਦੈਟ ਕਿ ਬਿਲਕੁਲ ਕਲੀਅਰ ਆ ਜੋ ਮੋਬਾਈਲ ਫੋਨਸ ਆ ਸ਼ੁੱਡ ਨਾਟ ਬੀ ਬੈਨਡ ਲਾਈਕ ਸਮੋਕਿੰਗ ਤਰ੍ਹਾਂ ਬੈਨ ਨਹੀਂ ਹੋਣੇ ਚਾਹੀਦੇ ਬਿਕੋਜ਼ ਜੋ BP1 ਤੇ BP2 ਚ ਲਿਖਣ ਨਾਟ ਓਨਲੀ ਬਟ ਆਲਸੋ ਪਾ ਕੇ ਲਿਖ ਲਾਂਗੇ ਬਿਕੋਜ਼ ਦੇ ਆਰ ਨਾਟ ਓਨਲੀ ਬੈਨੀਫੀਸ਼ੀਅਲ ਫॉर ਕਮਿਊਨੀਕੇਸ਼ਨ ਔਰ ਨਾ ਸਿਰਫ ਕਮਿਊਨੀਕੇਸ਼ਨ ਦੇ ਲਈ ਬੈਨੀਫਿਟ ਹੈਗੇ ਆ ਬੈਨੀਫੀਸ਼ੀਅਲ ਹੈਗੇ ਆ ਬਟ ਆਲਸੋ ਪਲੇ ਕਰਦੇ ਆ ਵਾਈਟਲ ਮਤਲਬ ਇੰਪੋਰਟੈਂਟ ਰੋਲ ਪਲੇ ਕਰਦੇ ਆ ਐਜੂਕੇਸ਼ਨ ਦੇ ਵਿੱਚ ਵਰਕ ਦੇ ਵਿੱਚ ਐਂਡ ਐਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਕਰਦੇ ਹੈਗੇ ਆ ਹੁਣ ਦੇਖੋ ਇੱਥੋਂ ਆਪਾਂ ਸਟਾਰਟ ਕੀਤਾ ਆਪਾਂ ਕੰਕਲੂਜਨ ਤੇ ਇੱਥੇ ਆਣ ਕੇ ਖਤਮ ਇੱਥੇ ਫੁੱਲ ਸਟਾਪ ਲੱਗਾ ਹੋਇਆ ਹੈ ਇਹ ਸਾਰਾ 5 ਲਾਈਨ ਦਾ ਕੰਪਲੈਕਸ ਬਣਿਆ ਹੋਇਆ ਹੈ ਤੇ ਸਮਝਣ ਚ ਵੀ ਕਿੰਨਾ ਸੌਖਾ ਹੈਗਾ ਕਿ ਕਲੀਅਰ ਹੈ ਇਹ ਬੈਨ ਨਹੀਂ ਹੋਣੀ ਚਾਹੀਦੀ ਕਿਉਂਕਿ ਨਾ ਸਿਰਫ ਬੈਨੀਫੀਸ਼ੀਅਲ ਕਮਿਊਨੀਕੇਸ਼ਨ ਦੇ ਲਈ ਸਗੋਂ ਇੰਪੋਰਟੈਂਟ ਰੋਲ ਪਲੇ ਕਰਦਾ ਐਜੂਕੇਸ਼ਨ ਦੇ ਵਿੱਚ ਵਰਕ ਦੇ ਵਿੱਚ ਐਂਡ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਠੀਕ ਹੈ ਜੀ
ਇਹ ਬੱਚੇ ਆਪਣਾ ਰਾਈਟਿੰਗ ਟਾਸਕ 2 ਸੀ ਜੋ ਰੀਸੈਂਟਲੀ ਐਗਜ਼ਾਮ ਦੇ ਵਿੱਚ ਆਇਆ ਸੀ। ਆਸ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਚੰਗੇ ਤਰੀਕੇ ਨਾਲ ਸਮਝ ਲੱਗਾ ਹੋਊਗਾ। ਅਗਰ ਫਿਰ ਵੀ ਕਿਸੇ ਕੁਐਸਚਨ ਟਾਈਪ ਦੇ ਵਿੱਚ ਪ੍ਰੋਬਲਮ ਰਹੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੈਗੇ ਹੋ। ਕਾਫੀ ਸਾਰੇ ਬੱਚੇ ਨੂੰ ਪ੍ਰੋਬਲਮ ਹੁੰਦੀ ਹੈ ਕਿ ਕਿੰਨੇ ਟਾਈਪ ਦੇ ਕੁਐਸਚਨਸ ਹੁੰਦੇ ਆ, ਉਹਨਾਂ ਨੂੰ ਕਿਸ ਵੇ ਦੇ ਨਾਲ ਆਪਾਂ ਕਰ ਸਕਦੇ ਹੈਗੇ। ਤੇ ਮੈਂ ਇੱਕ ਡਿਟੇਲ ਵੀਡੀਓ ਬਣਾਵਾਂਗੀ ਜਿਹਦੇ ਵਿੱਚ ਕੀ ਕਰਾਂਗੇ ਕਿ ਆਪਾਂ ਟੋਟਲ ਜਿੰਨੇ ਰਾਈਟਿੰਗ ਟਾਸਕ 1 ਹੁੰਦੇ ਆ ਉਹਦੀਆਂ ਟਾਈਪਸ ਡਿਸਕਸ ਕਰਾਂਗੇ ਤੇ ਉਹਨਾਂ ਨੂੰ ਕਿਸ ਵੇ ਦੇ ਨਾਲ ਆਪਾਂ ਲਿਖਣਾ ਹੈ ਉਹ ਸਾਰੇ ਵੇ ਆਪਾਂ ਡਿਸਕਸ ਕਰਾਂਗੇ। ਇਹਦੇ ਨਾਲ ਕਿ ਕਾਫੀ ਸਾਰੇ ਬੱਚਿਆਂ ਦੀ ਹੈਲਪ ਹੋ ਸਕਦੀ ਆ ਕਿ ਆਪਾਂ ਰਾਈਟਿੰਗ ਟਾਸਕ 2 ਨੂੰ ਲਿਖਣਾ ਕਿੱਦਾਂ ਹੈਗਾ। ਠੀਕ ਹੈ ਜੀ। ਫਿਰ ਵੀ ਕੋਈ ਪ੍ਰੋਬਲਮ ਹੋਊਗੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਕਿਸੇ ਸਪੈਸੀਫਿਕ ਮੋਡਿਊਲ ਦੇ ਵਿੱਚ ਪ੍ਰੋਬਲਮ ਆ ਰਹੀ ਹੋ ਉਹ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੈਗੇ। ਮੈਂ ਕੋਸ਼ਿਸ਼ ਕਰਾਂਗੀ ਤੁਹਾਡੀ ਹੈਲਪ ਕਰਨ ਦੀ। ਬਾਕੀ ਇਹ ਚੀਜ਼ ਹੈ ਹਮੇਸ਼ਾ ਮੋਟੀਵੇਟ ਰਹਿਣਾ ਹੈ। ਐਵਰੀਥਿੰਗ ਇਜ਼ ਪੋਸੀਬਲ ਬਾਈ ਡੂਇੰਗ ਅ ਹਾਰਡ ਵਰਕ। ਠੀਕ ਹੈ ਜੀ। ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਹੈਗੀ। ਜਦੋਂ ਤੁਸੀਂ ਸਟੱਡੀ ਕਰ ਰਹੇ ਹੋ ਬਸ ਫੋਕਸਡ ਰਹਿਣਾ ਹੈ, ਆਪਣੇ ਕੰਮ ਤੇ ਧਿਆਨ ਰੱਖਣਾ ਹੈ ਜੀ। ਕਿਸੇ ਨੈਗੇਟਿਵ ਚੀਜ਼ ਦੇ ਬਾਰੇ ਸੋਚਣਾ ਨਹੀਂ, ਨਾ ਹੀ ਨੈਗੇਟਿਵਿਟੀ ਆਪਣੇ ਅੰਦਰ ਆਉਣ ਦੇਣੀ ਹੈਗੀ ਹੈ। ਠੀਕ ਹੈ ਜੀ। ਆਪਣੇ ਡ੍ਰੀਮ ਤੇ ਧਿਆਨ ਦੇਣਾ ਹੈ, ਆਪਣੇ ਕੰਮ ਤੇ ਧਿਆਨ ਦੇਣਾ ਹੈ। ਇੰਸਟੈਡ ਆਫ ਡੂਇੰਗ ਫੋਕਸ ਔਨ ਅਨਨੈਸੈਸਰੀ ਥਿੰਗਸ ਯੂ ਹੈਵ ਟੂ ਸਟੇ ਫੋਕਸਡ ਔਨ ਯਰ ਵਰਕ। ਠੀਕ ਹੈ। ਇਹ ਚੀਜ਼ ਬਹੁਤ ਜ਼ਰੂਰੀ ਹੈਗੀ ਆ। ਠੀਕ ਹੈ ਜੀ। ਠੀਕ ਹੈ। ਥੈਂਕ ਯੂ ਬੱਚੇ ਫॉर वाचिंग दिस वीडियो। आई होप इट वुड बी वेरी बेनिफिशियल फॉर यू।